ਹੁਣ ਤੁਸੀਂ ਆਪਣਾ ਫਰਜ਼ ਨਿਭਾਇਆ ਵੀ ਕੋਵਿਡ ਦੇ ਪੇਸ਼ੈਂਟ ਨੂੰ ਜਾਂ ਕੋਵਿਡ ਦਾ ਜੇ ਇਲਾਜ ਹੋਊਗਾ ਫ੍ਰੀ ਚ ਕਰ ਦਿੱਤਾ। ਇਹਦੇ ਚੋਂ ਇੱਕ ਪਰਚੀ ਵੀ ਦੇ ਇੱਕ ਪੈਸਾ ਵੀ ਫੀਸ ਨਹੀਂ ਲਿੱਤੀ ਜਾਏਗੀ। ਜਿਸ ਕਿ ਤੁਹਾਡੀ ਬੜੀ ਚਰਚਾ ਬਣੀ ਹੋਈ ਸੀ ਪਿਛਲੇ ਕੁਝ ਦਿਨਾਂ ਦੇ ਉੱਤੋਂ, ਕਾਫੀ ਤਸਵੀਰ ਵਾਇਰਲ ਕੀਤੀ ਗਈ ਤੁਹਾਡੀ ਕਿ ਡਾਕਟਰ ਸਾਹਿਬ ਦੇਸ਼ ਦੇ ਪਹਿਲੇ ਡਾਕਟਰ ਨੇ ਜੋ ਕਿ ਕਰੋਨਾ ਦਾ ਇਲਾਜ ਮੁਫਤ ਕਰਨ ਜਾ ਰਹੇ ਨੇ। ਜੇ ਹੋਰ ਵੀ ਡਾਕਟਰ ਇਹੋ ਜਿਹਾ ਕੰਮ ਕਰਨਗੇ ਲੱਗਦਾ ਕਿ ਬਿਮਾਰੀ ਤੋਂ ਨਜਿੱਠਿਆ ਜਾ ਸਕਦਾ, ਕਿਉਂਕਿ ਕਈ ਡਾਕਟਰ ਇਹੋ ਜਿਹੇ ਵੀ ਹੈਗੇ ਨੇ ਜੋ ਕਮਰਸ਼ੀਅਲ ਤੌਰ ਤੇ ਵੀ ਸੋਚਦੇ ਨੇ। ਪਰ ਤੁਹਾਡਾ ਕੀ ਪਹਿਲਾ ਰਿਐਕਸ਼ਨ ਰਿਹਾ ਸੀ ਜਦੋਂ ਡਾਕਟਰ ਸਾਹਿਬ ਨੇ ਗੱਲ ਕਹੀ ਕਿ ਡਾਕਟਰ ਸਾਹਿਬ ਦਾ ਹੀ ਆਈਡੀਆ ਸੀਗਾ? ਅੱਛਾ, ਤੁਹਾਡਾ ਆਈਡੀਆ ਸੀ? ਐਕਸਪਰਟਸ ਨੇ ਕਿਹਾ ਸੀਗਾ ਕਿ ਤੁਸੀਂ ਇੰਨੀ ਢਿੱਲ ਨਾ ਵਰਤੋ, ਸੈਕੰਡ ਵੇਵ ਆਊਗੀ, ਪਰ ਸਰਕਾਰਾਂ ਨੇ ਉਹਦੀ ਜਿਹੜੀ ਹੈ ਅਣਦੇਖੀ ਕਰਤੀ। ਉਹ 4 ਲੱਖ ਦਾ ਅਰੇਂਜਮੈਂਟ ਨਹੀਂ ਹੈ, ਪਰ ਅਸੀਂ ਤਾਂ 50,000 ਦਾ ਵੀ ਅਰੇਂਜਮੈਂਟ ਨਹੀਂ ਕੀਤਾ। ਹੁਣ ਉਹ ਸਾਰੇ ਕਹੀ ਜਾਂਦੇ ਜੀ ਸਾਨੂੰ ਪਤਾ ਨਹੀਂ ਲੱਗਿਆ 4 ਲੱਖ ਹੋ ਗਏ ਜੀ, ਆਹ ਹੋ ਗਿਆ ਉਹ ਹੋ ਗਿਆ। ਉਹ ਅਸੀਂ 1.25 ਲੱਖ ਦਾ ਵੀ ਅਰੇਂਜਮੈਂਟ ਨਹੀਂ ਕੀਤਾ ਯਾਰ, 4 ਲੱਖ ਨੇ ਤਾਂ ਪੰਗਾ ਪਾਉਣਾ ਹੀ ਸੀਗਾ। ਸੋ ਸਰਕਾਰਾਂ ਨੂੰ ਇਹ ਚਾਹੀਦਾ ਚੱਕੀ ਜਾਂਦੀ ਨਾ ਡਾਕਟਰਾਂ ਵੱਲੋਂ ਵੀ ਪੇਸ਼ੈਂਟ ਦਾ ਧਿਆਨ ਰੱਖੂੰਗਾ ਮੈਂ। ਸੌਂ ਤਾਂ ਜੀ ਪੁਰਾਣੇ ਜ਼ਮਾਨੇ 'ਚ ਰਹਿ ਗਈ, ਸੌਂ ਕੁਛ ਨਹੀਂ ਹੈ ਹੁਣ। ਸੋ ਸੌਂ ਤਾਂ ਜੀ ਉਹ ਕਰੋੜ ਰੁਪਏ 'ਚ ਹੀ ਡੁੱਬ ਜਾਂਦੀ ਆ। ਉਹ ਸਾਡੀਆਂ ਆਪਦੀਆਂ ਕਮੇਟੀਆਂ ਕਹਿੰਦੀਆਂ ਕਿ ਜੇ ਅਸੀਂ 2.5-3% ਤੋਂ GDP ਤੋਂ ਵੱਧ ਨਹੀਂ ਖਰਚਾਂਗੇ ਤਾਂ ਅਸੀਂ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਦੇ ਪਾਵਾਂਗੇ। ਉਹੀ ਹੁਣ ਹੋ ਰਿਹਾ। ਅਸੀਂ ਆਪਦਾ ਕੰਮ ਸਹੀ ਤੇ ਇਮਾਨਦਾਰੀ ਨਾਲ ਕਰਾਂਗੇ, ਸ਼ਾਇਦ ਸਿਸਟਮ ਨੂੰ ਬਦਲ ਸਕਦੇ ਹਾਂ। ਨਹੀਂ ਜੀ ਨਹੀਂ, ਸਿਸਟਮ ਨੂੰ ਬਦਲਣ ਵਾਸਤੇ ਤਾਂ ਉੱਤੇ ਪੋਲੀਟੀਸ਼ੀਅਨਸ ਬੈਠੇ ਆ ਜਿਨ੍ਹਾਂ ਨੂੰ ਆਪਾਂ ਵੋਟਾਂ ਦੇ ਕੇ ਭੇਜਦੇ ਆ, ਪਰ ਉਹ ਆਪਾਂ ਨੂੰ ਹੀ ਭੁੱਲ ਜਾਂਦੇ ਆ। ਇਸ ਕਰਕੇ ਉਹ ਜਿਹੜਾ ਗੁੱਸਾ ਹੈ ਨਾ ਜੀ ਉਹ ਖਤਮ ਹੋ ਜਾਂਦਾ। ਹਾਂ, ਅਸੀਂ ਕਹਿੰਦੇ ਸਾਡੀ ਤਾਂ ਕਿਸਮਤ 'ਚ ਲਿਖਿਆ ਸੀ, ਮੇਰੇ ਤਾਂ ਛਿੱਤਰ ਪੈਣੇ ਹੀ ਸੀ, ਸੌਂਗਾ ਘੱਟ ਪਏ ਆ 2, ਚੱਲ ਰੱਬ ਨੇ ਮੇਰਾ ਤਸੱਲੀ ਜੀ ਕਰਤੀ ਥੋੜ੍ਹੀ ਜੀ। ਸੋ ਇਸ ਕਰਕੇ ਸਾਡੇ 'ਚ ਜਿਹੜਾ ਗੁੱਸਾ ਹੈ ਨਾ ਜੀ ਉਹ ਅੱਗੇ ਵੱਧਦਾ ਨਹੀਂ ਹੈ, ਅਸੀਂ ਉਹਨੂੰ ਕਿਸਮਤ ਸਮਝ ਕੇ ਐਕਸੈਪਟ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਸਮੇਂ ਮੌਜੂਦ ਹਾਂ ਬਠਿੰਡਾ ਦੇ ਵਿੱਚ ਕਿਸ਼ੋਰੀ ਰਾਮ ਹਸਪਤਾਲ ਦੇ ਬਾਹਰ। ਇੰਟਰੋ ਕਰਨ ਤੋਂ ਪਹਿਲਾਂ ਤੁਹਾਨੂੰ ਅਸੀਂ ਇੱਕ ਤਸਵੀਰ ਦਿਖਾ ਦਿੰਦੇ ਹਾਂ ਜੋ ਕਿ ਕਾਫੀ ਵਾਇਰਲ ਹੋ ਰਹੀ ਸੀ। ਲਗਾਤਾਰ ਇੱਕ ਤਸਵੀਰ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ। ਇਹ ਤਸਵੀਰ ਤੁਸੀਂ ਦੇਖ ਰਹੇ ਹੋ, ਉਹਦੇ ਇਸ ਉੱਪਰ ਲਗਾਤਾਰ ਹੀ ਲਿਖਿਆ ਜਾ ਰਿਹਾ ਸੀ ਕਿ ਦੇਸ਼ ਦੇ ਪਹਿਲੇ ਡਾਕਟਰ ਬਣ ਗਏ ਨੇ ਜੋ ਕਿ ਕਰੋਨਾ ਦਾ ਮੁਫਤ ਇਲਾਜ ਕਰਨਗੇ। ਉਹਦੇ ਹਸਪਤਾਲ ਜੋ ਹੈ ਇੱਕ ਨੌਜਵਾਨ ਸਭਾ ਨੂੰ ਸੌਂਪ ਦਿੱਤਾ ਗਿਆ ਹੈ ਕਿ ਉਹ ਇੱਥੇ ਕਰੋਨਾ ਦੇ ਪੇਸ਼ੈਂਟ ਦਾ ਇਲਾਜ ਕਰ ਸਕਦੇ ਨੇ। ਪੂਰੀ ਗੱਲਬਾਤ ਕਰਾਂਗੇ ਡਾਕਟਰ ਵਿਪੁਲ ਕੇ ਗੁਪਤਾ ਜੀ ਦੇ ਨਾਲ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਿਲਕੁਲ ਸੱਚ ਹੈ। ਔਰ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਸੀ। ਡਾਕਟਰ ਵਿਪੁਲ ਗੁਪਤਾ ਜੀ ਨਾਲ ਗੱਲਬਾਤ ਕਰਾਂਗੇ, ਸਾਡੇ ਨਾਲ ਮੌਜੂਦ ਨੇ। ਔਰ ਮੈਂ ਦੁਬਾਰਾ ਫਿਰ ਦਿਖਾ ਦਿੰਦਾ ਕਿ ਇਹ ਤਸਵੀਰ ਲਗਾਤਾਰ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਡਾਕਟਰ ਸਾਹਿਬ ਨੇ ਜੋ ਹਸਪੀਟਲ ਹੈ ਜਿੱਥੇ ਅਸੀਂ ਮੌਜੂਦ ਹਾਂ ਇਹ ਕਰੋਨਾ ਦੇ ਪੇਸ਼ੈਂਟ ਨੂੰ ਦੇ ਦਿੱਤਾ ਹੈ, ਯਾਨੀ ਕਿ ਇੱਥੇ ਕਰੋਨਾ ਦੇ ਪੇਸ਼ੈਂਟ ਜਿਹੜੇ ਨੇ ਦੇਖੇ ਜਾਣਗੇ। ਨੌਜਵਾਨ ਸਭਾ ਵੱਲੋਂ ਬਠਿੰਡਾ ਵੱਲੋਂ ਪੇਸ਼ੈਂਟ ਦੇਖੇ ਜਾਣਗੇ। ਤਾਂ ਗੱਲਬਾਤ ਕਰਾਂਗੇ। ਡਾਕਟਰ ਵਿਪੁਲ ਗੁਪਤਾ ਸਾਡੇ ਨਾਲ ਹੀ ਨੇ। ਸਰ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸਤਿ ਸ਼੍ਰੀ ਅਕਾਲ। ਜਿਸ ਕਿ ਤੁਹਾਡੀ ਬੜੀ ਚਰਚਾ ਬਣੀ ਹੋਈ ਸੀ ਪਿਛਲੇ ਕੁਝ ਦਿਨਾਂ ਦੇ ਉੱਤੋਂ, ਕਾਫੀ ਤਸਵੀਰ ਵਾਇਰਲ ਕੀਤੀ ਗਈ ਤੁਹਾਡੀ ਕਿ ਡਾਕਟਰ ਸਾਹਿਬ ਦੇਸ਼ ਦੇ ਪਹਿਲੇ ਡਾਕਟਰ ਨੇ ਜੋ ਕਿ ਕਰੋਨਾ ਦਾ ਇਲਾਜ ਮੁਫਤ ਕਰਨ ਜਾ ਰਹੇ ਨੇ। ਤਾਂ ਸਵਾਲ ਪਹਿਲਾਂ ਇਹ ਹੈ ਕਿ ਵਾਕਈ ਤੁਸੀਂ ਇਹ ਹਸਪੀਟਲ ਜੋ ਹੈ ਇਹ ਨੌਜਵਾਨ ਸਭਾ ਨੂੰ ਦੇ ਦਿੱਤਾ ਔਰ ਇੱਥੇ ਕਰੋਨਾ ਦੇ ਪੇਸ਼ੈਂਟ ਦਾ ਇਲਾਜ ਮੁਫਤ ਹੋਏਗਾ? ਹਾਂਜੀ ਬਿਲਕੁਲ ਹੋਊਗਾ ਜੀ। ਨੌਜਵਾਨ ਵੈਲਫੇਅਰ ਐਸੋਸੀਏਸ਼ਨ ਹੈ, ਉਹਨਾਂ ਦੇ ਮਿਸਟਰ ਸੋਨੂ ਮਹੇਸ਼ਵਰੀ ਹੈ ਜਿਹੜੇ ਉਹਨੂੰ ਹੈੱਡ ਕਰਦੇ ਹੈ। ਉਹਨਾਂ ਨਾਲ 7-8 ਦਿਨ ਪਹਿਲਾਂ ਗੱਲ ਹੋਈ ਸੀਗੀ ਕਿ ਮੇਰੇ ਹਸਪੀਟਲ ਦੀ ਬਿਲਡਿੰਗ ਤੇ ਮੇਰੀਆਂ ਸੇਵਾਵਾਂ ਯੂਜ਼ ਕਰਕੇ ਤੁਸੀਂ ਉਰੇ ਕੋਵਿਡ ਸੈਂਟਰ ਖੋਲ੍ਹੋ ਅਤੇ ਉੱਥੇ ਫ੍ਰੀ ਇਲਾਜ ਹੋਵੇ। ਤਾਂ ਉਹਨਾਂ ਨੇ ਬਹੁਤ ਇੰਥੂਜ਼ਿਆਸਟਿਕਲੀ ਇਹਨੂੰ ਮੰਨ ਲਿਆ ਸੀ। ਤਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਪਰੂਵਲ ਵਾਸਤੇ ਕਿਹਾ ਹੋਇਆ। ਸੋ ਜਦੋਂ ਵੀ ਅਪਰੂਵਲ ਮਿਲਦੀ ਹੈ, ਫਿਟਿੰਗ ਚੱਲ ਰਹੀ ਹੈ ਸਾਡੀ ਆਕਸੀਜਨ ਦੀ ਸਾਰੀ, ਜਦੋਂ ਵੀ ਅਪਰੂਵਲ ਮਿਲਦੀ ਹੈ ਤਾਂ ਅਸੀਂ ਮਰੀਜ਼ਾਂ ਨੂੰ ਦਾਖਲ ਕਰਨਾ ਸ਼ੁਰੂ ਕਰਾਂਗੇ। ਅੱਛਾ, ਇਸ ਵਿੱਚ ਹੋਰ ਵੀ ਚਰਚਾ ਹੈਗੀ ਸੀ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਦੇਸ਼ ਦੇ ਪਹਿਲੇ ਡਾਕਟਰ ਹੋ ਜੋ ਕਿ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਫ੍ਰੀ ਵਿੱਚ ਕਰੋਗੇ। ਇਹ ਗੱਲ ਸਹੀ ਹੈ? ਨਹੀਂ, ਮੈਨੂੰ ਪਤਾ ਜੀ ਕਿ ਮੈਂ ਪਹਿਲਾਂ ਹੈ ਕਿ ਦੂਜਾ ਹੈ ਕਿ ਚੌਥਾ ਹੈ, ਪਰ ਆਪਾਂ ਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਪਹਿਲ ਹੈਗੀ ਹੈ ਜਿਹੜੀ, ਜਿਵੇਂ ਗੁਰਦੁਆਰਾ ਸਾਹਿਬ ਤਾਂ ਬਹੁਤ ਜ਼ਿਆਦਾ ਕਰ ਰਹੇ ਹੈ, ਦਿੱਲੀ 'ਤੇ ਹੋ ਰਹੇ ਹੈ, ਤਲਵੰਡੀ ਸਾਬੋ ਖੁੱਲ੍ਹਿਆ ਹੈ। ਪ੍ਰਾਈਵੇਟ ਤੌਰ 'ਤੇ ਜਿਹੜੀ NGOs ਹੈ ਉਹ ਸਾਡੇ ਧਿਆਨ 'ਚ ਨਹੀਂ ਆਈਆਂ ਕਿ ਛੋਟੀਆਂ NGOs ਨੇ ਕੋਈ ਇਹੋ ਜਿਹਾ ਉਪਰਾਲਾ ਕੀਤਾ ਹੋਵੇ ਜਿਹੋ ਜਿਹਾ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਨੇ
ਕੀਤਾ ਹੈ ਜੀ। ਉਹ ਰੂਮ ਵੀ ਦਿਖਾਓ ਜਿੱਥੇ ਤੁਸੀਂ ਬੈੱਡ ਦੀ ਜਿਹੜੀ ਵਿਵਸਥਾ ਕੀਤੀ ਹੈ, ਔਰ ਕਿੰਨੇ ਬੈੱਡ ਇਹਦੇ ਵਿੱਚ ਹੈਗੇ ਨੇ? ਹਸਪੀਟਲ ਦੇ ਵਿੱਚ ਕਿੰਨੇ ਕਰੋਨਾ ਦੇ ਮਰੀਜ਼ ਆ ਜਾਣਗੇ? ਸਾਡੇ ਉਰੇ ਜੀ 35 ਦੀ ਹੈਗੀ ਹੈ ਕੈਪੈਸਿਟੀ। ਕੇਰਾਂ ਅਸੀਂ ਐਡਮਿਨਿਸਟ੍ਰੇਸ਼ਨ ਤੋਂ 10 ਤੋਂ 12 ਦੇ ਵਿੱਚ ਅਸੀਂ ਮੰਗੀ ਹੈ ਪਰਮਿਸ਼ਨ, ਕਿਉਂਕਿ ਉਹਦੇ ਨਾਲ ਬਾਕੀ ਵੀ ਸੇਵਾਵਾਂ ਚਾਹੀਦੀਆਂ ਹੋਣਗੀਆਂ ਜਿਹਦੀ ਫਿਟਿੰਗ ਵਗੈਰਾ ਚੱਲ ਰਹੀ ਹੈ। ਸੋ ਜਿਵੇਂ ਇਹਦੀ ਵਧੂਗੀ ਸਾਡੀ ਕੈਪੈਸਿਟੀ, ਉਵੇਂ ਅਸੀਂ ਐਡਮਿਨਿਸਟ੍ਰੇਸ਼ਨ ਤੋਂ ਵਾਧੂ ਲਵਾਂਗੇ ਤੇ ਕੁੱਲ 30 ਤੋਂ 35 ਮਰੀਜ਼ਾਂ ਦੇ ਦਾਖਲੇ ਦੀ ਉਰੇ ਸਹੂਲਤ ਹੈਗੀ ਹੈ ਜੀ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਵਾਰਡ ਦਿਖਾ ਦੇਣ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਵਾਰਡ ਯਾਨੀ ਕਿ ਪੂਰਾ ਹਸਪੀਟਲ ਹੀ ਦੇ ਦੇਣੇ, ਇਹ ਵਾਰਡ ਹੋਊਗਾ। ਜੇ ਪਰਮਿਸ਼ਨ ਦੀ ਗੱਲ ਆ ਕੇ ਰੁਕ ਗਈ ਕਿ ਪਰਮਿਸ਼ਨ ਮਿਲੇਗੀ ਤਾਂ ਉਸ ਤੋਂ ਬਾਅਦ ਇਹ ਕੋਵਿਡ ਦੇ ਪੇਸ਼ੈਂਟ ਇੱਥੇ ਆਣਗੇ। ਇਹ ਇੱਕ ਰੂਮ ਹੈ ਤੇ ਹੋਰ ਵੀ ਕਾਫੀ ਰੂਮ ਇੱਥੇ ਹੈਗੇ ਨੇ ਜੋ ਕਿ ਕੋਵਿਡ ਦੇ ਪੇਸ਼ੈਂਟ ਵਾਸਤੇ ਰੱਖਿਆ ਗਿਆ। ਔਰ ਆਕਸੀਜਨ, ਡਾਕਟਰ ਸਾਹਿਬ ਆਕਸੀਜਨ ਨੂੰ ਲੈ ਕੇ ਬੜੀ ਚਰਚਾ ਬਣੀ ਹੋਈ ਸੀ ਪੰਜਾਬ ਦੇ ਵਿੱਚ ਜਾਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਕਿ ਆਕਸੀਜਨ ਨਹੀਂ ਮਿਲਦੀ। ਫਿਰ ਆਕਸੀਜਨ ਦੀ ਕਿਸ ਤਰੀਕੇ ਨਾਲ ਤੁਸੀਂ ਇੱਥੇ ਵਿਵਸਥਾ ਕਰੋਗੇ? ਆਕਸੀਜਨ ਦੀ ਤਾਂ ਜੀ ਸਾਰਾ ਜਿਹੜਾ ਕੰਟਰੋਲ ਆ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੈ। ਸੋ ਉਹ ਜਿੰਨੇ ਅਲਾਟ ਕਰਨਗੇ ਉਹਦੇ ਹਿਸਾਬ ਨਾਲ ਹੀ ਅਸੀਂ ਅੱਗੇ ਪੇਸ਼ੈਂਟਸ ਨੂੰ ਐਡਮਿਟ ਕਰਾਂਗੇ। ਆਕਸੀਜਨ ਕੋਈ ਪ੍ਰਾਈਵੇਟ ਤੌਰ 'ਤੇ ਨਹੀਂ ਲੈ ਸਕਦਾ, ਸਾਰਾ ਇਹ ਕੰਟਰੋਲਡ ਹੈਗਾ। ਜਿਹੜਾ DC ਆਫਿਸ ਤੋਂ ਹੀ ਅਲਾਟਮੈਂਟ ਹੁੰਦੀ ਹੈ ਮਰੀਜ਼ਾਂ ਦੇ ਹਿਸਾਬ ਨਾਲ, ਆਕਸੀਜਨ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹੀ ਅਲਾਟ ਕਰਦੇ ਆ ਜੀ ਆਕਸੀਜਨ ਦਾ ਕੋਟਾ ਵੀ। ਅੱਛਾ, ਥੋੜ੍ਹਾ ਵੀ ਸਪਸ਼ਟ ਕਰ ਦਿਓ ਕਿ ਹੁਣ ਕਿ ਕੋਵਿਡ ਦਾ ਹਸਪੀਟਲ ਜਿਵੇਂ ਬਣਾਉਣ ਵਾਸਤੇ ਵੀ ਕੋਵਿਡ ਦੇ ਪੇਸ਼ੈਂਟ ਦੇਖਣ ਵਾਸਤੇ ਪਰਮਿਸ਼ਨ ਦੀ ਲੋੜ ਹੁੰਦੀ ਹੈ, ਪਰਮਿਸ਼ਨ ਦਿੰਦਾ ਕੌਣ ਹੈ? ਨਹੀਂ, ਇਹ ਤਾਂ ਜਿਹੜੇ ਜਿੰਨੇ ਵੀ ਕੋਵਿਡ ਸੈਂਟਰ ਹੈ ਜੀ ਬਿਨਾਂ ਗਵਰਨਮੈਂਟ ਦੀ ਪਰਮਿਸ਼ਨ ਦੇ ਨਹੀਂ ਖੁੱਲ੍ਹ ਸਕਦੇ। ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਤੁਸੀਂ ਅਪਲਾਈ ਕਰਦੇ ਹੋ ਤਾਂ ਉਹ ਅੱਗੇ ਅਪਰੂਵਲ ਦਿੰਦੇ ਆ ਤੁਹਾਨੂੰ ਵੀ ਕਿੰਨੇ ਬੈੱਡਾਂ ਦੀ ਅਪਰੂਵਲ ਦਿੰਦੇ ਆ, ਉਹਦੇ ਮੁਤਾਬਕ ਹੀ ਹੈ। ਕੁਝ ਦਿਨ ਪਹਿਲਾਂ ਤੱਕ ਤਾਂ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪ੍ਰਾਈਵੇਟ ਡਾਕਟਰਸ ਨੂੰ ਮੋਟੀਵੇਟ ਕਰ ਰਹੀ ਸੀਗੀ ਕਿ ਤੁਸੀਂ ਆਪਣੇ ਬੈੱਡ ਵਧਾਓ, ਕਿਉਂਕਿ ਪੇਸ਼ੈਂਟਸ ਨੂੰ ਬੈੱਡ ਨਹੀਂ ਮਿਲ ਰਹੇ ਸੀਗੇ। ਆਪਦੀ ਵੀ ਉਹਨਾਂ ਨੇ ਕੈਪੈਸਿਟੀ ਥੋੜ੍ਹੀ ਜਿਹੀ ਵਧਾਈ ਹੈ। ਫਰੀਦਕੋਟ ਮੈਡੀਕਲ ਕਾਲਜ 'ਚ ਉਰੇ ਕੈਂਸਰ ਹਸਪੀਟਲ ਨੂੰ ਵੀ ਕਨਵਰਟ ਕੀਤਾ ਉਹਨਾਂ ਨੇ ਕਰੋਨਾ ਵਾਰਡ ਦੇ ਵਿੱਚ। ਪਰ ਅਸੀਂ ਤਾਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੀ ਜਲਦੀ ਸਾਨੂੰ ਪਰਮਿਸ਼ਨ ਮਿਲੇ ਉਨਾ ਜਲਦੀ ਲੋਕਾਂ ਦਾ ਫਾਇਦਾ ਸ਼ੁਰੂ ਹੋਵੇ ਜੀ। ਸਾਰਾ ਹਸਪੀਟਲ ਦੀ ਗੱਲ ਕਰੀਏ, ਤੁਸੀਂ ਹੁਣ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਨੌਜਵਾਨ ਸਭਾ ਨੂੰ ਤੁਸੀਂ ਸੌਂਪ ਦਿੱਤਾ ਹੈ ਵੀ ਹੁਣ ਉਹ ਦੇਖ ਰੇਖ ਕਰਨਗੇ ਇਸ ਚੀਜ਼ ਦੀ, ਕਿੰਨੇ ਮਰੀਜ਼ ਪੇਸ਼ੈਂਟ ਦੇ ਵਿੱਚ ਆ ਸਕਦੇ ਨੇ ਕੋਵਿਡ ਦੇ? ਇਹ ਜਿਵੇਂ ਬੈੱਡ ਹੈ ਜੀ ਉਰੇ 15 ਬੈੱਡ ਤਾਂ ਉਰੇ ਹੀ ਵਾਰਡ ਦੇ ਵਿੱਚ ਹੀ ਲੱਗ ਸਕਦੇ ਹੈ। ਬਾਕੀ ਸਪੈਸ਼ਲ ਰੂਮ ਹੈਗੇ ਹੈ ਜਿਹਦੇ 'ਚ 2-2 ਪੇਸ਼ੈਂਟ ਇੱਕ ਸਪੈਸ਼ਲ ਰੂਮ 'ਚ ਆ ਜਾਣਗੇ। ਨੀਚੇ ਸਾਡਾ ICU ਹੈਗਾ ਜਿੱਥੇ 6 ਬੈੱਡ, ਉੱਥੇ ਤਾਂ ਕੁੱਲ 30 ਦੇ ਕਰੀਬ ਕੈਪੈਸਿਟੀ ਹੈਗੀ ਹੈ ਪੇਸ਼ੈਂਟਸ ਦੀ ਐਡਮਿਟ ਹੋਣ ਦੀ ਜੀ। ਉਹ ਲਗਾਤਾਰ ਕਰੋਨਾ ਨੂੰ ਲੈ ਕੇ ਦੂਜੀ ਲਹਿਰ ਕਹੀ ਜਾ ਰਹੀ ਕਿ ਦੂਜੀ ਲਹਿਰ ਸ਼ੁਰੂ ਹੋ ਗਈ ਹੈ, ਪਹਿਲੀ ਲਹਿਰ ਨਿਕਲ ਗਈ ਹੈ, ਤਾਂ ਕੀ ਲੱਗਦਾ ਕਿ ਜਿਸ ਤਰ੍ਹਾਂ ਤੁਸੀਂ ਉਪਰਾਲਾ ਕਰ ਰਹੇ ਹੋ, ਜੇ ਹੋਰ ਵੀ ਡਾਕਟਰ ਇਹੋ ਜਿਹਾ ਕੰਮ ਕਰਨਗੇ, ਲੱਗਦਾ ਕਿ ਬਿਮਾਰੀ ਤੋਂ ਨਜਿੱਠਿਆ ਜਾ ਸਕਦਾ ਹੈ? ਕਿਉਂਕਿ ਕਈ ਡਾਕਟਰ ਇਹੋ ਜਿਹੇ ਵੀ ਹੈਗੇ ਨੇ ਜੋ ਕਮਰਸ਼ੀਅਲ ਤੌਰ 'ਤੇ ਵੀ ਸੋਚਦੇ ਨੇ, ਪਰ ਡਾਕਟਰਾਂ ਦਾ ਸਹੀ ਕੰਮ ਕਰਦੇ ਨੇ। ਜੇ ਡਾਕਟਰ ਨਾ ਹੁੰਦੇ ਤਾਂ ਸ਼ਾਇਦ ਇਹ ਸੰਭਵ ਹੀ ਨਹੀਂ ਹੋ ਪਾਉਂਦਾ। ਬਿਲਕੁਲ ਠੀਕ ਗੱਲ ਹੈ ਜੀ, ਪਰ ਜੇ ਆਪਾਂ ਸੋਚੀਏ ਕਿ ਹਸਪਤਾਲ ਖੋਲ੍ਹਣ ਨਾਲ, ਕੋਵਿਡ ਖੋਲ੍ਹਣ ਨਾਲ, ਹਸਪੀਟਲ ਖੋਲ੍ਹਣ ਨਾਲ ਬਿਮਾਰੀ ਨਾਲ ਨਜਿੱਠਿਆ ਜਾਊਗਾ, ਇਹ ਬਿਲਕੁਲ ਨਹੀਂ ਪੋਸੀਬਲ ਹੈਗਾ। ਇਹਦੇ ਨਾਲ ਤਾਂ ਜਿਹੜੇ ਆਲਰੇਡੀ ਮਰੀਜ਼ ਬਿਮਾਰ ਹੁੰਦੇ ਆ ਉਹਨਾਂ ਦਾ ਇਲਾਜ ਹੈ। ਜੇ ਅਸੀਂ ਇਹ ਤੋਂ ਬਚਣਾ ਚਾਹੁੰਦੇ ਹਾਂ ਤਾਂ ਵੈਕਸੀਨੇਸ਼ਨ ਜ਼ਰੂਰ ਕਰਵਾਓ ਤੇ ਕੋਵਿਡ ਐਪਰੋਪਰੀਏਟ ਬਿਹੇਵੀਅਰ ਹੈਗਾ ਜਿਹਦੇ 'ਚ ਮਾਸਕ ਹੈ, ਹੈਂਡ ਹਾਈਜੀਨ ਹੈ ਤੇ ਸੋਸ਼ਲ ਡਿਸਟੈਂਸਿੰਗ ਹੈ। ਇਹ 4 ਮੈਥਡ ਹੈਗੇ ਜਿਹਦੇ ਨਾਲ ਕੋਵਿਡ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਪਰ ਇੱਕ ਵਾਰੀ ਜੇ ਹੋ ਜੇ ਤਾਂ ਆਪਾਂ ਨੂੰ ਹਸਪਤਾਲ ਦੀ ਜ਼ਰੂਰਤ ਪੈਂਦੀ ਹੈ। ਸੋ ਜੇ ਅਸੀਂ ਬਚਣਾ ਚਾਹੁੰਦੇ ਹਾਂ ਤਾਂ ਇਹ 4 ਚੀਜ਼ਾਂ ਬਹੁਤ ਜ਼ਰੂਰੀ ਹੈ। ਜਿਵੇਂ ਵੈਕਸੀਨੇਸ਼ਨ ਹੈ, ਵੈਕਸੀਨੇਸ਼ਨ ਸਾਰੀਆਂ ਸਰਕਾਰਾਂ ਦੇ ਹੱਥ 'ਚ ਹੈ ਜੀ। ਸੋ ਜੇ ਵੈਕਸੀਨੇਸ਼ਨ ਡਰਾਈਵ ਤਕੜੀ ਹੋਊਗੀ ਜਿਵੇਂ ਇਜ਼ਰਾਈਲ ਨੇ ਕਰਤਾ, ਜਿਵੇਂ ਅੱਜ ਹੀ ਅਮਰੀਕਾ ਦੀ ਖਬਰ ਸੀਗੀ ਕਿ ਉਹਨਾਂ ਨੇ ਵੈਕਸੀਨੇਸ਼ਨ ਇੰਨੀ ਕਰਤੀ, ਉਹਨਾਂ ਨੇ ਕਹਿਤਾ ਜਿਨ੍ਹਾਂ ਨੂੰ ਵੈਕਸੀਨੇਸ਼ਨ ਹੋਈ ਵੀ ਹੈ ਉਹਨਾਂ ਨੂੰ ਮਾਸਕ ਦੀ ਤੇ ਉਹਦੀ ਜ਼ਰੂਰਤ ਨਹੀਂ ਹੈ। ਸੋ ਉਹਨਾਂ ਨੇ ਕਿਸੇ ਹੱਦ ਤੱਕ ਜਿਹੜੀ ਜਿੱਤ ਪਾਈ ਹੈ ਉਹ ਵੈਕਸੀਨੇਸ਼ਨ ਕਰਕੇ ਪਾਈ ਹੈ। ਸੋ ਵੈਕਸੀਨੇਸ਼ਨ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਸਾਡਾ ਦੇਸ਼ ਜਿੰਨੀ ਜਲਦੀ ਕਰ ਲੇਗਾ ਉਨੀ ਜਲਦੀ ਅਸੀਂ ਕਰੋਨਾ ਤੋਂ ਪਾ ਸਕਾਂਗੇ ਜਿੱਤ, ਨਹੀਂ ਤਾਂ ਪੋਸੀਬਲ ਨਹੀਂ ਹੈ ਜੀ। ਹੁਣ ਤੁਸੀਂ ਆਪਣਾ ਫਰਜ਼ ਨਿਭਾਇਆ ਵੀ ਕੋਵਿਡ ਦੇ ਪੇਸ਼ੈਂਟ ਨੂੰ ਜਾਂ ਕੋਵਿਡ ਦਾ ਜੇ ਇਲਾਜ ਹੋਊਗਾ ਫ੍ਰੀ 'ਚ ਕਰ ਦਿੱਤਾ। ਸਰਕਾਰ ਵੱਲੋਂ ਕੀ ਦਿੱਕਤ ਆ ਰਹੀ ਹੈ? ਕਿੰਨਾ ਕੁ ਸਮਾਂ ਹੋ ਲੱਗ ਰਿਹਾ? ਕਦੋਂ ਤੁਸੀਂ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਮੈਂ ਆਪਦਾ ਜਿਹੜਾ ਹਸਪੀਟਲ ਆ ਉਹ ਕੋਵਿਡ ਦੇ ਪੇਸ਼ੈਂਟ ਨੂੰ ਦੇਖਣ ਲਈ ਬਣਾਉਣਾ ਚਾਹੁੰਦਾ, ਨੌਜਵਾਨ ਸਭਾ ਨੂੰ ਹੈਂਡਓਵਰ ਕੀਤਾ ਜਾਵੇ? ਕਿੰਨਾ ਸਮਾਂ ਹੋ ਗਿਆ ਸਰਕਾਰ ਨੂੰ ਚਿੱਠੀ ਲਿਖੇ? ਇਹ 5 ਦਿਨ ਹੋ ਗਏ ਜੀ। ਬੇਸਿਕਲੀ ਨਾ ਇਹ ਮੈਂ ਤਾਂ ਨੌਜਵਾਨ ਜਿਹੜੀ ਵੈਲਫੇਅਰ ਐਸੋਸੀਏਸ਼ਨ ਉਹਨੂੰ ਕਿਹਾ ਸੀਗਾ, ਉਹਨਾਂ ਨੇ ਅੱਗੇ ਐਪਲੀਕੇਸ਼ਨ ਮੂਵ ਕੀਤੀ ਹੈ। ਉਹਨਾਂ ਨੇ ਨਾਮ ਇਹਦਾ ਰੱਖਿਆ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਕੋਵਿਡ ਸੈਂਟਰ। ਸੋ ਉਹਦੇ 'ਚ ਮੇਰਾ ਕੋਈ ਬਾਹਲਾ ਰੋਲ ਨਹੀਂ ਹੈਗਾ। ਮੈਂ ਤਾਂ ਸਿਰਫ ਉਹਨਾਂ ਨੂੰ ਨਾਲ ਲਿਖ ਕੇ ਦਿੱਤਾ, ਜਿਵੇਂ ਸਰਕਾਰ ਮੰਗਦੀ ਹੈ ਕਿ ਕੌਣ ਡਾਕਟਰ ਦੇਖੇਗਾ
ਤਾਂ ਮੇਰਾ ਉਹ ਨਾਮ ਐਜ਼ ਏ ਡਾਕਟਰ ਦੇ ਰਹੇ ਹੈ। ਉਹਨਾਂ ਨੇ 5-6 ਦਿਨ ਪਹਿਲਾਂ ਐਪਲੀਕੇਸ਼ਨ ਮੂਵ ਕੀਤੀ ਸੀਗੀ, ਪਰ ਹਜੇ ਤੱਕ ਸਾਨੂੰ ਮਤਲਬ ਜਿਹੜਾ ਮੈਨੂੰ ਉਹ ਦੱਸਦੇ ਆ, ਮੇਰਾ ਡਾਇਰੈਕਟ ਨਹੀਂ ਹੈਗਾ ਕੋਈ ਐਡਮਿਨਿਸਟ੍ਰੇਸ਼ਨ ਨਾਲ, ਜਿਹੜਾ ਮੈਨੂੰ ਦੱਸਦੇ ਆ ਵੀ ਹਜੇ ਤੱਕ ਉਹ ਅਪਰੂਵਲ ਨਹੀਂ ਹੋਈ ਹੈ। ਅੱਛਾ, ਦੂਸਰੇ ਪਾਸੇ ਇੱਕ ਹੋਰ ਚਰਚਾ ਛਿੜੀ ਸੀ ਹੁਣ ਕੋਵਿਡ ਨੂੰ ਲੈ ਕੇ ਕਿ ਅਲੱਗ-ਅਲੱਗ ਤਰ੍ਹਾਂ ਦੇ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਬਾਹਰ ਸਿਲੰਡਰ ਲੈ ਕੇ ਬੈਠੇ ਹੋਏ ਨੇ। ਤੁਸੀਂ ਤਸਵੀਰਾਂ ਖੁਦ ਦੇਖੀਆਂ ਸੋਸ਼ਲ ਮੀਡੀਆ ਉੱਤੇ, ਲਗਾਤਾਰ ਮੀਡੀਆ ਵੀ ਦਿਖਾ ਰਿਹਾ। ਇਹ ਤਰਾਸਦੀ ਕਿਉਂ ਹੈ? ਤੁਸੀਂ ਇੱਕ ਡਾਕਟਰ ਨੂੰ ਅੱਛੀ ਤਰ੍ਹਾਂ ਸਮਝ ਸਕਦੇ ਹੋ ਕਿ ਪੇਸ਼ੈਂਟ ਨਾਲ ਡਾਕਟਰ ਦਾ ਰਿਸ਼ਤਾ ਕੀ ਹੁੰਦਾ। ਨਹੀਂ, ਇਹਦੇ 'ਚ ਨਾ ਜੀ ਮੈਂ ਸਾਰਾ ਜਿਹੜਾ ਦੋਸ਼ ਹੈਗਾ, ਜਦੋਂ ਆਪਣੀ ਫਰਸਟ ਵੇਵ ਸੀਗੀ ਉਦੋਂ ਆਪਾਂ ਬਹੁਤ ਵਧੀਆ ਕੰਮ ਕੀਤਾ, ਚੰਗੀ ਤਰ੍ਹਾਂ ਉਹਨੂੰ ਕੋਵਿਡ 'ਤੇ ਕੰਟਰੋਲ ਪਾਇਆ, ਪਰ ਉਹ ਕੰਟਰੋਲ ਤੋਂ ਬਾਅਦ ਸਾਡੀਆਂ ਸਰਕਾਰਾਂ ਵੀ ਅਤੇ ਲੋਕ ਵੀ ਢਿੱਲੇ ਪੈ ਗਏ। ਸਰਕਾਰਾਂ ਨੇ ਇਹ ਪਲਾਨ ਨਹੀਂ ਕੀਤਾ ਕਿ ਅੱਗੇ ਦੋਨੇ ਸਰਕਾਰਾਂ ਦਾ ਮੇਰਾ ਮਤਲਬ ਸੈਂਟਰਲ ਸਰਕਾਰ ਤੋਂ ਵੀ ਹੈ, ਸੂਬੇ ਦੀ ਸਰਕਾਰ ਤੋਂ ਵੀ ਹੈ। ਜਿਵੇਂ ਅਮਰੀਕਾ ਸੀ, ਇੰਗਲੈਂਡ ਸੀ, ਸਾਰੇ ਕਿਤੇ ਸੈਕਿੰਡ ਵੇਵ ਆਈ ਅਤੇ ਅਸੀਂ ਤਾਂ ਨਾਅਰੇ ਲਾਣੇ ਸ਼ੁਰੂ ਕਰਤੇ, ਦੇਖੋ ਜੀ ਹਿੰਦੁਸਤਾਨ ਨੇ ਕਰੋਨਾ ਤੋਂ ਜਿੱਤ ਪ੍ਰਾਪਤ ਕਰ ਲਈ, ਕੋਈ ਅਸੀਂ ਉਹਨਾਂ ਤੋਂ ਸਾਰੀਆਂ ਵੀ ਖੜਕਾਈਆਂ ਸੀ, ਸ਼ਾਇਦ ਸਾਰਾ ਕੁਝ ਖੜਕਾਇਆ ਜੀ। ਅਸੀਂ ਇਹ ਨਹੀਂ ਸੋਚਿਆ ਕਿ ਜਿਵੇਂ ਇੰਗਲੈਂਡ ਅਤੇ ਅਮਰੀਕਾ ਸੈਕਿੰਡ ਵੇਵ ਆਈ ਹੈ, ਸਾਡੇ ਵੀ ਸੈਕਿੰਡ ਵੇਵ ਆਏਗੀ। ਐਕਸਪਰਟਸ ਨੇ ਕਿਹਾ ਸੀਗਾ ਕਿ ਤੁਸੀਂ ਇੰਨੀ ਢਿੱਲ ਨਾ ਵਰਤੋ, ਸੈਕਿੰਡ ਵੇਵ ਆਊਗੀ, ਪਰ ਸਰਕਾਰਾਂ ਨੇ ਉਹਦੀ ਜਿਹੜੀ ਹੈ ਅਣਦੇਖੀ ਕਰਤੀ। ਉਹਦਾ ਨਤੀਜਾ ਹੁਣ ਆਪਾਂ ਭੁੱਲ ਕਰ ਰਹੇ ਹਾਂ, ਕਿਉਂਕਿ ਲੋਕਡਾਊਨ ਦਾ ਸਾਰਿਆਂ ਨੇ ਕਿਹਾ ਕਿ ਲੋਕਡਾਊਨ ਦਾ ਮਕਸਦ ਕੀ ਹੈ। ਲੋਕਡਾਊਨ ਦਾ ਮਕਸਦ ਇਹ ਹੈ ਕਰੋਨਾ ਨੂੰ ਹਰਾਉਣਾ ਨਹੀਂ ਹੈ, ਸਾਡੀਆਂ ਸਿਹਤ ਸੇਵਾਵਾਂ ਨੂੰ ਤਕੜਾ ਕਰਨਾ ਹੈ, ਤਾਂ ਜੋ ਅਸੀਂ ਆਪਦੇ ਸਿਵਲ ਹਸਪਤਾਲ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ 'ਚ ਬੈੱਡ ਕਪੈਸਿਟੀ ਵਧਾ ਸਕੀਏ, ਆਕਸੀਜਨ ਦੀ ਜਨਰੇਸ਼ਨ ਕਪੈਸਿਟੀ ਵਧਾ ਸਕੀਏ। ਹੁਣ ਸਡਨਲੀ ਠੀਕ ਹੈ ਵੀ 4 ਲੱਖ ਦਾ ਅਰੇਂਜਮੈਂਟ ਨਹੀਂ ਹੈ, ਪਰ ਅਸੀਂ ਤਾਂ 50,000 ਦਾ ਵੀ ਅਰੇਂਜਮੈਂਟ ਨਹੀਂ ਕੀਤਾ। ਹੁਣ ਉਹ ਸਾਰੇ ਕਹੀ ਜਾਂਦੇ ਆ ਜੀ ਸਾਨੂੰ ਪਤਾ ਨਹੀਂ ਲੱਗਿਆ 4 ਲੱਖ ਹੋ ਗਏ ਜੀ, ਆਹ ਹੋ ਗਿਆ ਉਹ ਹੋ ਗਿਆ। ਉਹ ਅਸੀਂ 1.25 ਲੱਖ ਦਾ ਵੀ ਅਰੇਂਜਮੈਂਟ ਨਹੀਂ ਕੀਤਾ ਯਾਰ, 4 ਲੱਖ ਨੇ ਤਾਂ ਪੰਗਾ ਪਾਉਣਾ ਹੀ ਸੀਗਾ। ਸੋ ਇਸ ਕਰਕੇ ਕਿਤੇ ਨਾ ਕਿਤੇ ਸਰਕਾਰਾਂ ਇਸ ਮਾਮਲੇ 'ਚ ਬਿਲਕੁਲ ਫੇਲ ਰਹੀਆਂ। ਸੈਕਿੰਡ ਵੇਵ ਦੀ ਉਹਦੇ 'ਚ ਦੇਖਣ ਵਾਸਤੇ ਵੀ ਕਿੰਨੀ ਕੁ ਇਹ ਵੱਧ ਕੇ ਆਊਗੀ, ਕਿੰਨਾ ਕੁ ਸਾਨੂੰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਪਊਗਾ, ਕਿਉਂਕਿ ਸਾਲ 'ਚ ਤੁਸੀਂ ਪੰਜਾਬ ਦਾ ਦੇਖ ਲਓ ਰਿਕਰੂਟਮੈਂਟ ਕਿੰਨੀ ਹੋਈ ਹੈ, ਕਿੰਨੇ ਡਾਕਟਰ ਭਰਤੀ ਕੀਤੇ ਹੈ। ਸੌਂਕਾ ਡਾਕਟਰ ਤੰਗ ਆ ਕੇ ਨੌਕਰੀਆਂ ਛੱਡ ਰਹੇ ਹੈ। ਉਹ ਕਹਿੰਦੇ ਸਾਨੂੰ ਮੀਟਿੰਗ 'ਤੇ ਵੀ ਜਾਣਾ ਪੈਂਦਾ, ਆ ਵੀ ਹੈ ਉਹ ਵੀ ਹੈ, ਹਰਾਸਮੈਂਟ ਵੀ ਹੁੰਦੀ ਹੈ। ਦੂਜੀ ਉਹਨਾਂ ਨੂੰ ਉਹ ਦੌਰ 'ਚ ਪੈਸੇ ਵੀ ਵੱਧ ਆਫਰ ਹੋ ਰਹੇ ਹੈ ਕਿ ਜੀ ਤੁਸੀਂ ਨੌਕਰੀ ਛੱਡ ਕੇ ਆ ਜਾਓ, ਨੌਕਰੀ ਸਾਨੂੰ 1.5 ਲੱਖ ਮਿਲਦਾ, ਅਸੀਂ 5 ਲੱਖ ਦੇਵਾਂਗੇ। ਹੁਣ ਉਹ ਜਦੋਂ ਸਰਕਾਰਾਂ ਨੇ ਹੀ ਪੈਸਾ ਮੁੱਖ ਰੱਖ ਲਿਆ, ਅਸੀਂ CPA 'ਚ ਲੈ ਆਏ ਡਾਕਟਰ ਪ੍ਰੋਫੈਸ਼ਨ ਨੂੰ, ਕਰੋੜ ਰੁਪਈਆ ਲੱਗਦਾ ਇੱਕ MD ਕਰਨ ਦਾ, ਫਿਰ ਆਪਾਂ ਡਾਕਟਰਾਂ 'ਚ ਨੁਕਸ ਕੱਢੀਏ। ਅਸੀਂ ਤਾਂ ਪੁਰਾਣੇ ਜ਼ਮਾਨੇ ਦੇ ਹਾਂ ਜੀ, 250 ਰੁਪਈਆ ਫੀਸ ਸੀਗੀ ਸਾਡੀ ਤਾਂ। ਹੁਣ ਜਿਹੜਾ ਕਰੋੜ ਰੁਪਈਆ ਦੇ ਕੇ ਆਏਗਾ, ਤੁਸੀਂ ਕੀ ਸੋਚਦੇ ਹੋ ਉਹ ਸੇਵਾ ਕਰੇਗਾ? ਉਹ ਬਿਲਕੁਲ ਨਹੀਂ ਕਰੇਗਾ। ਉਹ ਤਾਂ ਮੌਕਾ ਭਾਲੇਗਾ ਕਿ ਕਿੱਥੇ ਮੈਨੂੰ 5 ਦੀ ਥਾਂ 'ਤੇ 10 ਲੱਖ ਮਿਲਦਾ। ਉਹ ਜਾਇਜ਼ ਵੀ ਹੈ ਜੀ, ਉਹਨੇ ਪੈਸੇ ਖਰਚੇ ਹੈ, ਪੈਸੇ ਕਮਾਉਣ ਵਾਸਤੇ ਖਰਚੇ ਆ ਉਹਨੇ। ਸੋ ਸਰਕਾਰਾਂ ਨੂੰ ਇਹ ਚਾਹੀਦਾ ਚੱਕੀ ਜਾਂਦੀ ਨਾ ਡਾਕਟਰਾਂ ਵੱਲ ਵੀ, ਪੇਸ਼ੈਂਟ ਦਾ ਧਿਆਨ ਰੱਖੂੰਗਾ ਮੈਂ। ਸਹੁੰ ਤਾਂ ਜੀ ਪੁਰਾਣੇ ਜ਼ਮਾਨੇ 'ਚ ਰਹਿ ਗਈ, ਸਹੁੰ ਕੁਛ ਨਹੀਂ ਹੈ ਹੁਣ। ਜਦੋਂ ਬੰਦਾ ਕਹਿੰਦਾ ਨਾ, ਜਿਵੇਂ ਇੱਕ ਮੇਰੇ ਦੋਸਤ ਦਾ ਬੱਚਾ ਪੜ੍ਹਦਾ ਸੀਗਾ, ਉਹ ਪਾਸ ਹੋ ਗਿਆ, ਉਹ ਮੇਰੇ ਦੋਸਤ ਨੇ ਕਿਹਾ ਵੀ ਯਾਰ ਤੂੰ ਮਠਿਆਈ ਤਾਂ ਦੇ ਆ। ਕਹਿੰਦਾ ਪਾਪਾ ਤੁਹਾਨੂੰ ਪਤਾ ਨਹੀਂ ਜਦੋਂ 20,000 ਰੁਪਇਆ ਲੈਣਾ ਸੀ ਮੈਨੂੰ ਉਹਨੇ ਗੇਟ 'ਤੇ ਖੜਾ ਕਰਤਾ ਸੀਗਾ, 20,000 ਰੁਪਇਆ ਲੈ ਕੇ ਆ ਤਾਂ ਕਲਾਸ 'ਚ ਵੜੀ। ਸੋ ਸਹੁੰ ਤਾਂ ਜੀ ਉਹ ਕਰੋੜ ਰੁਪਏ 'ਚ ਹੀ ਡੁੱਬ ਜਾਂਦੀ ਆ ਉਹ। ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਸਰਕਾਰਾਂ ਨੂੰ ਕੀ ਚਾਹੀਦਾ, ਮੈਡੀਕਲ ਐਜੂਕੇਸ਼ਨ ਨੂੰ ਸਸਤਾ ਕਰੇ, ਡਾਕਟਰਸ ਦੀ ਪੇ ਵਧਾਵੇ। ਸਰਕਾਰਾਂ ਨੂੰ ਸਿਹਤ ਸੇਵਾਵਾਂ 'ਤੇ ਪੈਸੇ ਖਰਚਣੇ ਪੈਣੇ ਹੈ। ਹੁਣ ਅਸੀਂ 1% ਖਰਚ ਰਹੇ ਹਾਂ, ਬੰਗਲਾਦੇਸ਼ ਤੋਂ ਵੀ ਘੱਟ ਖਰਚ ਰਹੇ ਹਾਂ ਅਸੀਂ। ਸਾਡੀਆਂ ਆਪਦੀਆਂ ਕਮੇਟੀਆਂ ਕਹਿੰਦੀਆਂ ਕਿ ਜੇ ਅਸੀਂ 2.5-3% ਤੋਂ GDP ਤੋਂ ਵੱਧ ਨਹੀਂ ਖਰਚਾਂਗੇ ਤਾਂ ਅਸੀਂ ਲੋਕਾਂ ਨੂੰ ਸਿਹਤ ਸੇਵਾਵਾਂ ਨਹੀਂ ਦੇ ਪਾਵਾਂਗੇ। ਉਹੀ ਹੁਣ ਹੋ ਰਿਹਾ। ਸੋ ਕਿਤੇ ਨਾ ਕਿਤੇ ਜੇ ਇਹਨਾਂ ਚੀਜ਼ਾਂ ਤੋਂ ਸਰਕਾਰਾਂ ਜਾਗਣਗੀਆਂ, ਸਿਹਤ ਸੇਵਾਵਾਂ 'ਤੇ ਪੈਸੇ ਖਰਚਣਗੀਆਂ, ਡਾਕਟਰਾਂ ਦੀ ਪ੍ਰੋਪਰ ਪੇ ਹੋਊਗੀ। ਤੁਸੀਂ ਇਹ ਦੇਖੋ 1.5 ਸਾਲ ਪਹਿਲਾਂ ਤੱਕ ਜਿਹੜੀ ਡਾਕਟਰ ਦੀ ਪੇ ਸੀ, ਜਿਹੜਾ ਕੰਮ ਕਰਦਾ ਸੀ, 15,000 ਰੁਪਏ ਸੀ ਜੀ, ਅਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਸਵੀਪਰ ਦੀ 30,000 ਰੁਪਏ ਪੇ ਹੈ। ਹੁਣ ਉੱਥੇ ਔਤ ਕਿੱਥੇ ਜਾਏਗੀ ਤੁਸੀਂ ਮੈਨੂੰ ਦੱਸੋ? ਜੇ ਉਹ ਡਾਕਟਰ ਨੂੰ ਕੋਈ ਕਹੇਗਾ ਤੂੰ 15,000 ਛੱਡ ਯਾਰ ਮੇਰੇ ਕੋਲ 50,000 'ਚ ਆ ਜਾ, ਉਹ ਕਿੱਥੋਂ ਔਤ ਕਰੇਗਾ? ਉਹ ਜਦੋਂ ਉਹਨੇ ਆਪਦੇ ਬੱਚੇ ਪੜ੍ਹਾਉਣੇ ਆ ਤਾਂ ਉਹਨੂੰ ਫਿਰ 2.5 ਲੱਖ ਦੇਣਾ ਪੈਂਦਾ, ਕਿੱਥੋਂ ਲਿਆਏਗਾ ਉਹ? ਸੋ ਔਤ ਦੀ ਕੰਮ ਤਾਂ ਮੇਰਾ ਖਿਆਲ ਨਹੀਂ ਗੱਲ ਕਰਨੀ ਚਾਹੀਦੀ। ਇਹ ਵੀ ਹੋ ਸਕਦਾ ਵੀ ਸਿਸਟਮ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ, ਅਸੀਂ ਕਿਸ ਤਰ੍ਹਾਂ ਸਿਸਟਮ 'ਚ ਕੰਮ ਕਰ ਰਹੇ ਹਾਂ। ਅਸੀਂ ਆਪਦਾ ਕੰਮ ਸਹੀ ਤੇ ਇਮਾਨਦਾਰੀ ਨਾਲ ਕਰਾਂਗੇ, ਸ਼ਾਇਦ ਸਿਸਟਮ ਨੂੰ ਬਦਲ ਸਕਦੇ ਹਾਂ। ਨਹੀਂ ਜੀ ਨਹੀਂ, ਸਿਸਟਮ ਨੂੰ ਬਦਲਣ ਵਾਸਤੇ ਤਾਂ ਉੱਤੇ ਪੋਲੀਟੀਸ਼ੀਅਨਸ ਬੈਠੇ ਆ ਜਿਨ੍ਹਾਂ ਨੂੰ ਆਪਾਂ ਵੋਟਾਂ ਦੇ ਕੇ ਭੇਜਦੇ ਆ, ਪਰ ਉਹ ਆਪਾਂ ਨੂੰ ਹੀ ਭੁੱਲ ਜਾਂਦੇ ਆ। ਠੀਕ ਹੈ, ਕਿਤੇ ਨਾ ਕਿਤੇ ਪਬਲਿਕ ਓਪੀਨੀਅਨ ਦਾ, ਪਬਲਿਕ ਪ੍ਰੈਸ਼ਰ ਦਾ ਵੀ ਜ਼ੋਰ ਹੁੰਦਾ, ਜਿਹੜਾ ਹਿੰਦੁਸਤਾਨ 'ਚ ਹੈ ਨਹੀਂ, ਕਿਉਂਕਿ ਉਰੇ ਰੱਬ ਵਸਦਾ। ਬੰਦਾ ਕਹਿੰਦਾ ਜੀ ਮੇਰੀ ਤਾਂ ਕਿਸਮਤ 'ਚ ਹੀ ਲਿਖਿਆ ਸੀ, ਇਸ ਕਰਕੇ ਤਾਂ ਹੋਣਾ ਹੀ ਸੀ।
ਇਸ ਕਰਕੇ ਉਹ ਜਿਹੜਾ ਗੁੱਸਾ ਹੈ ਨਾ ਜੀ ਉਹ ਖਤਮ ਹੋ ਜਾਂਦਾ ਹੈ। ਹਾਂ ਅਸੀਂ ਕਹਿੰਦੇ ਸਾਡੀ ਤਾਂ ਕਿਸਮਤ 'ਚ ਲਿਖਿਆ ਸੀ, ਮੇਰੇ ਤਾਂ ਛਿੱਤਰ ਪੈਣੇ ਹੀ ਸੀ, ਸੌਂਗਾ ਘੱਟ ਪਏ ਆ 2, ਚੱਲ ਰੱਬ ਨੇ ਮੇਰਾ ਤਸੱਲੀ ਜੀ ਕਰਤੀ ਥੋੜ੍ਹੀ ਜੀ। ਸੋ ਇਸ ਕਰਕੇ ਸਾਡੇ 'ਚ ਜਿਹੜਾ ਗੁੱਸਾ ਹੈ ਨਾ ਜੀ ਉਹ ਅੱਗੇ ਵੱਧਦਾ ਨਹੀਂ ਹੈ, ਅਸੀਂ ਉਹਨੂੰ ਕਿਸਮਤ ਸਮਝ ਕੇ ਐਕਸੈਪਟ ਕਰ ਲੈਂਦੇ ਹਾਂ, ਤਾਂ ਹੀ ਕੁਝ ਹੋ ਨਹੀਂ ਰਿਹਾ। ਅੱਛਾ, ਹੁਣ ਤੁਸੀਂ ਕਿਵੇਂ ਸੇਵਾਵਾਂ ਦੋਗੇ ਇੱਥੇ? ਤੁਹਾਡਾ ਕੀ ਅਹਿਮ ਰੋਲ ਹੋਊਗਾ? ਤੁਸੀਂ ਤਾਂ ਹਸਪੀਟਲ ਦੇ ਦਿੱਤਾ, ਉਹ ਜ਼ਿਕਰ ਵੀ ਹੋ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਤੁਸੀਂ ਕਰੋਨਾ ਦਾ ਇਲਾਜ ਫ੍ਰੀ 'ਚ ਕਰੋਗੇ ਜੋ ਪੇਸ਼ੈਂਟ ਇੱਥੇ ਆਉਣਗੇ, ਉਹ ਤੁਹਾਡਾ ਕੀ ਰੋਲ ਰਹੂਗਾ? ਇਹ ਸਾਰਾ ਜਿਹੜਾ ਸੈਂਟਰ ਦੀ ਮੈਨੇਜਮੈਂਟ ਹੈ ਇਹ ਨੌਜਵਾਨ ਵੈਲਫੇਅਰ ਐਸੋਸੀਏਸ਼ਨ ਕੋਵਿਡ ਸੈਂਟਰ ਦੇ ਤੌਰ ਤੇ ਕੀਤੀ ਜਾਏਗੀ, ਜਿਹਦੇ 'ਚ ਉਹਨਾਂ ਨੇ ਸਟਾਫ ਰਿਕਰੂਟ ਕਰਨਾ ਹੈ, ਰੈਜ਼ੀਡੈਂਟ ਡਾਕਟਰਸ ਹੈ, ਨਰਸਾਂ ਹੈ, ਵਾਰਡ ਬॉयਜ਼ ਹੈ। ਮੇਰਾ ਕੰਮ ਐਜ਼ ਏ MD ਮੈਡੀਸਨ ਹੈ, ਜਿਵੇਂ ਡਾਕਟਰ ਦੇਖਦੇ ਆ ਕਿ ਰਾਊਂਡ ਕਰਦੇ ਆ ਸਵੇਰੇ ਸ਼ਾਮ ਪੇਸ਼ੈਂਟ ਦੇਖਦੇ ਆ, ਪੇਸ਼ੈਂਟ ਦਾ ਜਿਹੜਾ ਟਰੀਟਮੈਂਟ ਹੈ ਉਹ ਪ੍ਰੋਪਰਲੀ ਹੋਵੇ, ਉਹ ਸਾਰਾ ਜਿਹੜੇ ਰੈਜ਼ੀਡੈਂਟ ਡਾਕਟਰ ਤੇ ਨਰਸਾਂ ਨੂੰ ਇਨਸਟਰਕਸ਼ਨਸ ਦੇਣੀਆਂ ਉਹ ਕਰਨ, ਤੇ ਬਾਕੀ ਮੇਰੀ ਬਿਲਡਿੰਗ ਯੂਜ਼ ਹੋ ਰਹੀ ਹੈ ਜੀ। ਸੋ ਮੇਰਾ ਰੋਲ ਤਾਂ ਹੀ ਤਾਂ ਮੈਂ ਕਹਿੰਦਾ ਜਿਹੜਾ ਅਸਲ ਕੰਮ ਹੈ ਨਾ ਜੀ ਕੁਝ ਮੁਫਤ ਵਿੱਚ ਹੋਊਗਾ। ਹਾਂਜੀ ਹਾਂਜੀ ਬਿਲਕੁਲ ਜੀ, ਇਹਦੇ 'ਚੋਂ ਇੱਕ ਪਰਚੀ ਵੀ ਦੇ ਇੱਕ ਪੈਸਾ ਵੀ ਫੀਸ ਨਹੀਂ ਲਿੱਤੀ ਜਾਏਗੀ। ਸੌਂਗਾ ਸਾਡੇ ਕੋਲੇ ਦਾਨੀ ਇਹ ਵੀ ਆ ਰਹੇ ਆ ਕਿ ਜੀ ਰੋਟੀ ਹੈ ਜਿਹੜੀ ਅਸੀਂ ਰਿਸ਼ਤੇਦਾਰਾਂ ਦੀ ਵੀ ਮਰੀਜ਼ਾਂ ਦੀ ਸਾਰੇ ਉਹ ਦੇਣਗੇ। ਤੁਸੀਂ ਇਹ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਜਦੋਂ ਦਾ ਅਨਾਊਂਸ ਹੋਇਆ ਉਦੋਂ ਦਾ ਘੱਟੋ ਘੱਟ 150-200 ਬੰਦਿਆਂ ਦੀ ਆਫਰਸ ਆ ਗਈਆਂ ਫॉर ਫੰਡਸ ਡਿਫਰੈਂਟ ਟਾਈਪਸ ਦੇ, ਕਿ ਦਵਾਈਆਂ ਅਸੀਂ ਦੇ ਦਾਂਗੇ ਜੀ, ਰੋਟੀ ਪਾਣੀ ਅਸੀਂ ਭੇਜ ਦਿਆਂਗੇ, ਰਾਸ਼ਨ ਅਸੀਂ ਦੇ ਦਿਆਂਗੇ। ਸੋ ਇਹ ਬਹੁਤ ਵੱਡੀ ਗੱਲ ਹੈ ਜੀ, ਇਹਦੇ ਨਾਲ ਅੱਗੇ ਹੌਸਲਾ ਮਿਲਦਾ ਕਿ ਜੀ ਅਸੀਂ ਸਸਟੇਨ ਕਰ ਸਕਦੇ। ਜੇ ਤੁਸੀਂ ਉਪਰਾਲਾ ਕੀਤਾ ਤੁਹਾਨੂੰ ਲੱਗਦਾ ਕਿ ਸ਼ਹਿਰ 'ਚ ਅਲੱਗ-ਅਲੱਗ ਡਾਕਟਰ ਨੂੰ ਵੀ ਹੋਰ ਇਸ ਤਰੀਕੇ ਨਾਲ ਜੋ ਉਪਰਾਲਾ ਕਰਦੇ ਨੇ ਤਾਂ ਲੋਕਾਂ ਦੇ ਵਿੱਚ ਵੀ ਇੱਕ ਪੋਜ਼ਿਟਿਵਿਟੀ ਆਏਗੀ, ਹੌਸਲਾ ਬਣਿਆ ਰਹੂਗਾ ਵੀ ਠੀਕ ਹੈ ਇੱਕ ਡਾਕਟਰ ਨੇ ਕੰਮ ਕੀਤਾ, ਆਪਣੀ ਸੇਵਾਵਾਂ ਮੁਫਤ ਵਿੱਚ ਦੇ ਨੇ। ਜਿਵੇਂ ਤੁਸੀਂ ਕਿਹਾ ਕਿ 150-200 ਫੋਨ ਆ ਗਿਆ, ਲੋਕੀ ਤੁਹਾਡੇ ਨਾਲ ਹੋਰ ਜੁੜ ਗਏ ਨੇ, ਕੱਲੇ ਚੱਲੇ ਸੀ ਤੁਸੀਂ ਨਾਲ, ਤੁਹਾਡੀ ਨੌਜਵਾਨ ਸਭਾ ਚੱਲੀ ਸੀ, ਕਿੰਨਾ ਕਾਫਲਾ ਵੱਧਦਾ ਗਿਆ। ਫਿਰ ਲੱਗਦਾ ਕਿ ਹੋਰ ਕੋਈ ਸ਼ਹਿਰ ਦੇ ਵਿੱਚ ਡਾਕਟਰ ਕਰਨਗੇ ਕੰਮ ਤਾਂ ਹੋਰ ਵੀ ਬੰਦੇ ਨਾਲ ਜੁੜਨਗੇ। ਉਹ ਕੋਵਿਡ ਦੇ ਪੇਸ਼ੈਂਟ ਵਾਸਤੇ ਜੋ ਫੰਡ ਦੀ ਤੁਸੀਂ ਗੱਲ ਕੀਤੀ ਹੈ ਹੋਰ ਵੀ ਸੱਜਣ ਸਾਹਮਣੇ ਆਉਣਗੇ। ਬਿਲਕੁਲ ਜੀ ਬਿਲਕੁਲ, ਇਹਦੇ ਨਾਲ ਬਹੁਤ ਫਰਕ ਪਊਗਾ। ਡਾਕਟਰ ਹੈਗੇ 90% ਡਾਕਟਰ ਆਪਦਾ ਓਨੈਸਟਲੀ ਕੰਮ ਕਰਦੇ ਆ, 10-15% ਹੈਗੇ ਜਿਹੜੇ ਹੁਣ ਵੀ ਕਮਰਸ਼ਲਾਈਜ਼ ਕਰਕੇ ਮਹਿੰਗੇ ਟੀਕੇ ਜਾਂ ਮਹਿੰਗਾ ਇਲਾਜ ਹੈ ਜਿਵੇਂ ਸਰਕਾਰ ਨੇ ਫਿਕਸ ਕੀਤਾ ਵਾ, ਤਿਗਣੇ ਪੈਸੇ ਲੱਗ ਰਹੇ ਹੈ। ਪਰ ਡੈਫੀਨੇਟਲੀ ਸਾਨੂੰ ਉਮੀਦ ਹੈਗੀ ਹੈ ਕਿ ਸਾਡੇ ਨਾਲ ਹੋਰ ਵੀ ਲੋਕ ਜੁੜਨਗੇ ਇਸ ਉਪਰਾਲੇ ਤੋਂ ਬਾਅਦ। ਤੁਹਾਡਾ ਕੀ ਪਹਿਲਾ ਰਿਐਕਸ਼ਨ ਰਿਹਾ ਸੀ ਜਦੋਂ ਡਾਕਟਰ ਸਾਹਿਬ ਨੇ ਗੱਲ ਕਹੀ ਕਿ ਡਾਕਟਰ ਸਾਹਿਬ ਦਾ ਹੀ ਆਈਡੀਆ ਸੀਗਾ? ਅੱਛਾ, ਤੁਹਾਡਾ ਆਈਡੀਆ ਸੀ? ਹਾਂਜੀ ਬਿਲਕੁਲ ਜੀ, ਜੋ ਹਾਲਤ ਚਲਦੀ ਪਈ ਸੀਗੀ, ਲੋਕੀ ਬਹੁਤ ਦੁਖੀ ਸੀਗੇ, ਖਰਚਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ, ਇਹੀ ਸੋਚਦੇ ਹੋਏ ਅਸੀਂ ਸੋਚਿਆ ਕਿ ਆਪਣਾ ਜਿਹੜਾ ਹਸਪੀਟਲ ਹੈਗਾ ਇਹਨੂੰ ਫ੍ਰੀ ਸ਼ੁਰੂ ਕੀਤਾ ਜਾਵੇ ਕੋਵਿਡ ਟ੍ਰੀਟਮੈਂਟ ਵਾਸਤੇ। ਜੇ ਡਾਕਟਰ ਸਾਹਿਬ ਕਹਿ ਨੇ ਕਿ ਉਹ ਤਾਂ ਸ਼ੁਰੂ ਕਰਨ ਯਾਦ ਨੇ, ਹੋਰ ਵੀ ਅਲੱਗ-ਅਲੱਗ ਜਗ੍ਹਾ 'ਤੇ ਜੇ ਸ਼ੁਰੂ ਹੋ ਜਾਂਦਾ, ਮੈਂ ਜਿਵੇਂ ਜ਼ਿਕਰ ਕਰ ਰਿਹਾ ਸੀ ਕਿ ਹੋਰ ਹੌਸਲਾ ਮਿਲੂਗਾ, ਹੋਰ ਲੋਕੀ ਸਾਹਮਣੇ ਆਉਣਗੇ। ਲੱਗਦਾ ਕਿ ਹੋਰ ਜਗ੍ਹਾ 'ਤੇ ਵੀ ਇਹ ਡਾਕਟਰਾਂ ਨੂੰ ਅੱਗੇ ਆਉਣਾ ਚਾਹੀਦਾ? ਆਉਣਾ ਤਾਂ ਚਾਹੀਦਾ ਹੈ ਪਰ ਮੁਸ਼ਕਿਲ ਬਹੁਤ ਹੈ, ਨਾਲ ਜਿਹੜੇ ਫੰਡਸ ਦੀ ਕਮੀ ਹੋ ਜਾਂਦੀ ਹੈਗੀ ਹੈ, ਉਸ ਕਰਕੇ ਨਹੀਂ ਤੁਸੀਂ ਸ਼ੁਰੂ ਕਰ ਪਾਉਂਦੇ ਹੈਗੇ। ਪਰ ਦੇਖੋ ਅੱਗੇ ਕੀ ਨਿਕਲਦਾ, ਇਸ ਤੋਂ ਕਿੰਨੇ ਕੁ ਲੋਕੀ ਕੋਸ਼ਿਸ਼ ਕਰਦੇ ਹੈਗੇ ਆ ਸ਼ੁਰੂ ਕਰਨ ਦੀ, ਬਾਕੀ ਸਰਕਾਰਾਂ ਕੀ ਕਰਦੀਆਂ, ਕਿੰਨੀ ਕੁ ਹੈਲਪ ਕਰਦੀਆਂ ਹੈਗੀਆਂ। ਮੈਂ ਤੁਸੀਂ ਆਈਡੀਆ ਦਿੱਤਾ ਸੀ ਇਹਨਾਂ ਨੇ? ਹਾਂਜੀ ਬਿਲਕੁਲ, ਤੇ ਸਾਰੀ ਜਾਣਕਾਰੀ ਸੁਣੀ ਹੈ ਜਿਸ ਤਰੀਕੇ ਨਾਲ ਪੂਰਾ ਹਸਪੀਟਲ ਜਿਹੜਾ ਹੈਗਾ 30 ਤੋਂ 35 ਪੇਸ਼ੈਂਟ ਜੋ ਨੇ ਕੋਵਿਡ ਦੇ ਇੱਥੇ ਆ ਸਕਦੇ ਨੇ ਤਾਂ ਮੁਫਤ ਵਿੱਚ ਡਾਕਟਰ ਸਾਹਿਬ ਨੇ ਦੇ ਦਿੱਤਾ। ਪਰ ਹੁਣ ਕੁਝ ਕਾਗਜ਼ ਦੀ ਸਮੱਸਿਆਵਾਂ ਨੇ, ਪਰਮਿਸ਼ਨ ਹੁੰਦੀ ਹੈ, ਪਰਮਿਸ਼ਨ ਮਿਲੇਗੀ ਤਾਂ ਕੋਵਿਡ ਦਾ ਪੇਸ਼ੈਂਟ ਹਸਪਤਾਲ ਦੇ ਵਿੱਚ ਆ ਸਕਦਾ ਹੈ। ਪਰਮਿਸ਼ਨ ਤੇ ਗੱਲ ਰਹਿ ਗਈ ਹੈ, 5-6 ਦਿਨ ਹੋ ਗਏ ਨੇ ਅਰਜੀ ਗਈ ਹੋਈ ਨੂੰ, ਪਰ ਕੋਈ ਰਿਪਲਾਈ ਨਹੀਂ ਹਲੇ ਤੱਕ ਆਇਆ। ਜਿਸ ਤਰੀਕੇ ਨਾਲ ਨੌਜਵਾਨ ਸਭਾ ਵਾਲੇ ਜੋ ਨੌਜਵਾਨ ਹੈਗੇ ਨੇ ਉਹ ਲਗਾਤਾਰ ਹੀ ਕੰਟੈਕਟ ਵਿੱਚ ਹੈਗੇ ਨੇ, ਦੱਸ ਰਹੇ ਨੇ ਵੀ ਕਿੱਥੇ ਜਾ ਕੇ ਗੱਲ ਫਸੀ ਹੋਈ ਹੈ। ਤਾਂ ਹੋਰ ਵੀ ਡਾਕਟਰ ਹੈਗੇ ਨੇ ਦੇਸ਼ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਕਿਸੇ ਨਾ ਕਿਸੇ ਪੱਖੋਂ ਹੋਰ ਡਾਕਟਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਕਿ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਫ੍ਰੀ ਦੇ ਵਿੱਚ ਕਰਨ। ਨਾਲ ਦੇ ਨਾਲ ਹੋਰ ਵੀ ਸੱਜਣ ਜੁੜ ਜਾਂਦੇ ਨੇ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ 5-6 ਦਿਨ ਤੋਂ ਇਹ ਗੱਲ ਲਗਾਤਾਰ ਸੋਸ਼ਲ ਮੀਡੀਆ ਤੇ ਆ ਰਹੀ ਸੀ ਤੇ ਕਾਫੀ ਫੋਨ ਕਾਲ ਆਈਆਂ ਨੇ, ਕੋਈ ਫੰਡ ਦੀ ਗੱਲ ਕਰ ਰਿਹਾ, ਕੋਈ ਖਾਣੇ ਦੀ ਗੱਲ ਕਰ ਰਿਹਾ, ਅਲੱਗ-ਅਲੱਗ ਤਰੀਕੇ ਦੇ ਨਾਲ ਆਮ ਵਿਅਕਤੀ ਵੀ ਸਹਿਯੋਗ ਦੇ ਰਿਹਾ। ਪਰ ਜੇ ਕਮਰਸ਼ੀਅਲ ਦੀ ਗੱਲ ਕਰਾਂਗੇ ਉੱਥੇ ਨੂੰ ਉੱਥੇ ਜਾ ਕੇ ਪੇਸ਼ੈਂਟ ਨੂੰ ਵੀ ਦਿੱਕਤ ਆ ਜਾਂਦੀ ਹੈ ਵੀ ਹਸਪੀਟਲ ਜੋ ਹੈ ਜੇ ਕਮਰਸ਼ੀਅਲ, ਠੀਕ ਹੈ ਕਮਰਸ਼ੀਅਲ ਹੋਣੇ ਚਾਹੀਦੇ ਨੇ, ਪਰ ਇੱਕ ਫਰਜ਼ ਹੁੰਦਾ ਇਨਸਾਨੀਅਤ ਦੇ ਨਾਤੇ ਵੀ ਕਿ ਅਸੀਂ ਕੀ ਕੀਤਾ, ਅਸੀਂ ਜ਼ਿੰਦਗੀ ਵਿੱਚ ਕੀਤਾ ਕੀ ਹੈ ਜਦੋਂ ਬਿਮਾਰੀ ਆਈ ਸੀ। ਤਾਂ ਪੇਜ ਨੂੰ ਲਾਈਕ ਕਰ ਦੇਣਾ, ਵੀਡੀਓ ਸ਼ੇਅਰ ਕਰ ਦੇਣਾ ਤਾਂ ਕਿ ਦੂਜਿਆਂ ਤੱਕ ਵੀ ਜਾਣਕਾਰੀ ਪਹੁੰਚ ਸਕੇ।